ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜੋ ਵਿਚਾਰ ਹੈ ਇਹ ਅੰਮ੍ਰਿਤ ਵੇਲਾ ਕਿਤਾਬ ਦੀ ਭੂਮਿਕਾ ਵਿੱਚ ਪ੍ਰੋਫੈਸਰ ਜਗਦੀਸ਼ ਸਿੰਘ ਜੀ ਵੱਲੋਂ ਆਪਣੇ ਵਿਚਾਰ ਪੇਸ਼ ਕੀਤੇ ਗਏ ਹਨ। ਇਹਨਾਂ ਅੰਮ੍ਰਿਤ ਵੇਲਾ ਦੀ ਭੂਮਿਕਾ ਵਿੱਚੋਂ ਪਹਿਲਾਂ ਵੀ 2-3 ਟੌਪਿਕਾਂ ਦੇ ਉੱਤੇ ਮੈਂ ਰਿਕਾਰਡਿੰਗ ਕਰ ਚੁੱਕਿਆ ਹਾਂ। ਅੰਮ੍ਰਿਤ ਵੇਲੇ ਦੀ ਮਹਾਨਤਾ 1 ਅਤੇ 2 ਪਾਰਟ ਨੇ ਉਹਦੇ, ਅਤੇ ਦੂਜੀ ਹੈ ਸਾਖੀ ਨੇਮ ਦੀ ਚਿੰਤਨ ਧਾਰਾ। ਤਾਂ ਉਸ ਤੋਂ ਬਾਅਦ ਜੋ ਕੁਛ ਇਸ ਭੂਮਿਕਾ ਵਿੱਚ ਬਚਿਆ ਸੀ ਉਹਨਾਂ ਦੇ ਵਿਚਾਰਾਂ ਵਿੱਚ, ਉਹਨੂੰ ਮੈਂ ਥੋੜ੍ਹਾ ਜਿਹਾ ਕੁਛ ਖਾਸ ਵਿਚਾਰ ਇਸ ਲੈਕਚਰ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਹੋ ਸਕਦਾ ਇਸ ਦੇ ਵੀ 1-2 ਪਾਰਟ ਬਣ। ਤੋ ਵਿਚਾਰ ਪੇਸ਼ ਹੈ ਜੀ। ਮੇਰੀ ਕੋਸ਼ਿਸ਼ ਹੈ ਕਿ ਮੈਂ ਇਨ ਬਿਨ ਉਹਨਾਂ ਦੇ ਵਿਚਾਰ ਆਪ ਜੀ ਤੱਕ ਪ੍ਰਗਟ ਕਰ ਸਕਾਂ। ਸਿਰਜਣਾਤਮਕ ਕਲਪਨਾ ਜਦੋਂ ਆਪਣੇ ਰਸ ਮੰਡਲ ਨੂੰ ਜਗਾਉਂਦੀ ਹੈ ਤਾਂ ਇਸ ਅੰਦਰਲੀ ਤਰੰਗਤ ਲੈ, ਇੰਦਰਿਆਵੀ ਰਸਕਤਾ ਅਤੇ ਸੁੰਦਰਤਾ ਦੇ ਕੋਮਲ ਮਧੁਰ ਭਾਵ ਮੰਡਲ ਵਿੱਚ ਪ੍ਰਵੇਸ਼ ਕਰਦੀ ਹੈ। ਸਿਰਜਣਾਤਮਕ ਕਲਪਨਾ ਜਦੋਂ ਆਪਣੇ ਰਸ ਮੰਡਲ ਨੂੰ ਜਗਾਉਂਦੀ ਹੈ ਤਾਂ ਇਸ ਅੰਦਰਲੀ ਤਰੰਗਤ ਲੈ, ਇੰਦਰਿਆਵੀ ਰਸਕਤਾ ਅਤੇ ਸੁੰਦਰਤਾ ਦੇ ਕੋਮਲ ਮਧੁਰ ਭਾਵ ਮੰਡਲ ਵਿੱਚ ਪ੍ਰਵੇਸ਼ ਕਰਦੀ ਹੈ। ਰਸ ਰੰਗ ਦੀ ਮਧੁਰ ਭਾਵੀ ਕੋਮਲਤਾ, ਰਸ ਰੰਗ ਦੀ ਮਧੁਰ ਭਾਵੀ ਕੋਮਲਤਾ, ਇੰਦਰਿਆਵੀ ਅਨੁਭਵ ਦੀ ਸੂਖਮ ਨਗਰੀ ਦੀ ਮਹਿਕ ਵਰਗੀ ਸੋਹਲ ਤਰੰਗ ਦੇ ਹਵਾਲੇ ਹੋ, ਕੂਲੇ ਖੰਭਾਂ ਹਲਕੇ ਪਾਰਦਰਸ਼ੀ ਕੁਝ ਧੁੰਦਲੇ ਉੜਦੇ ਤੈਰਦੇ ਸੁਹਣਪ ਵਿੱਚ ਬਹਿੰਦੀ ਹੈ। ਰਸ ਰੰਗ ਦੀ ਮਧੁਰ ਭਾਵੀ ਕੋਮਲਤਾ, ਇੰਦਰਿਆਵੀ ਅਨੁਭਵ ਦੀ ਸੂਖਮ ਨਗਰੀ ਦੀ ਮਹਿਕ ਵਰਗੀ ਸੋਹਲ ਤਰੰਗ ਦੇ ਹਵਾਲੇ ਹੋ, ਕੂਲੇ ਖੰਭਾਂ ਹਲਕੇ ਪਾਰਦਰਸ਼ੀ ਕੁਝ ਧੁੰਦਲੇ ਉੜਦੇ ਤੈਰਦੇ ਸੁਹਣਪ ਵਿੱਚ ਵਹਿੰਦੀ ਹੈ। ਇਸ ਅੰਦਰਲੀ ਪ੍ਰਵਾਚ ਰੂਪ ਦੇ ਕੋਮਲ ਭਾਵ ਦੀ ਸਗਲੀ ਵਿਭਿੰਨਤਾ ਨੂੰ ਇਸਤਰੀ ਸੁੰਦਰਤਾ ਦੇ ਹਵਾਲੇ ਕਰ ਦਿੰਦੀ ਹੈ। ਕੁਦਰਤ ਦਾ ਹਰ ਦ੍ਰਿਸ਼ ਤੇ ਹਰ ਪਸਾਰ ਇਸਤਰੀ ਦੇ ਅਦ੍ਰਿਸ਼ਟ ਕੋਮਲ ਰੂਪ ਦੇ ਹਰ ਪਰਦੇ ਤੋਂ ਮੁਕਤ ਆਭਾ ਮੰਡਲ ਵਿੱਚ ਲੀਨ ਹੋ ਜਾਂਦਾ ਹੈ। ਇਸਤਰੀ ਸੁੰਦਰਤਾ ਦੇ ਕੂਲੇ ਪ੍ਰਭਾਵਾਂ ਦੇ ਵਹਿਣਾਂ ਦਾ ਜਲਾਉ ਕਲਪਨਾ ਨੂੰ ਆਪਣੇ ਅੰਦਰ ਇਸ ਪ੍ਰਕਾਰ ਜਜ਼ਬ ਕਰ ਲੈਂਦਾ ਹੈ ਕਿ ਇਸ ਥੱਲੇ ਵਗਦੇ ਕਾਲ ਵਹਿਣ ਉਸ ਨੂੰ ਨਜ਼ਰੀ ਨਹੀਂ ਪੈਂਦੇ। ਰਸਾਂ ਦੇ ਵਿਸਮਾਦੀ ਝਲਕਾਰਿਆਂ ਨੂੰ ਜਰਨ ਦੀ ਤਾਕਤ ਨਾ ਹੋਣ ਕਾਰਨ ਮਨ ਦੀਆਂ ਅੱਖਾਂ ਦੇਹ ਦੀ ਲਿਸ਼ਕ ਹੇਠ ਵਗਦੇ ਕਾਲ ਰੂਪਾਂ ਦੀ ਅਵਹੇਲਨਾ ਕਰਦੀਆਂ ਹੁਸਨ ਤਰੰਗ ਦੇ ਅਕਹਿਰੇ ਮਨਮੋਹਕ ਰੂਪ ਵਿੱਚ ਗੜੂੰਦ ਜਾਂਦੀਆਂ ਹਨ। ਰਸ ਰੂਪ ਦਾ ਨਾਰ ਦੇ ਚਿਹਰੇ ਦਾ ਕਾਵਕ ਅਨੁਭਵ ਕਾਲ ਫੈਲਾ ਦੇ ਸਗਲੇ ਵਰਤਾਰੇ ਨੂੰ ਪਾਰ ਨਹੀਂ ਕਰਦਾ। ਇਸ ਅਨੁਭਵ ਵਿੱਚ ਕਿਸੇ ਡੂੰਘੇ ਥਾਂ 'ਤੇ ਮੌਤ ਭੈ ਦੇ ਵਿਰਾਟ ਜਾਂ ਲਘੂ ਛਿਣਾਂ ਦੇ ਕਾਂਬੇ ਮੌਜੂਦ ਰਹਿੰਦੇ ਹਨ। ਇਸ ਪ੍ਰਕਾਰ ਇਸਤਰੀ ਹੁਸਨ ਦੇ ਫੈਲਾਅ ਕਰਦਾ ਹੋਇਆ
ਇਹ ਅਨੁਭਵ ਨਾਰੀ ਹੁਸਨ ਦਾ ਅਜਿਹਾ ਮੁਕਾਮ ਤਲਾਸ਼ ਕਰਨ ਤੋਂ ਗੁਰੇਜ਼ ਕਰਦਾ ਹੈ ਜੋ ਮੌਤ ਦੀਆਂ ਸਭ ਨਗਰੀਆਂ ਆਬਾਦ ਕਰੇ। ਇਹ ਜੋ ਉਪਰੋਕਤ ਵਿਚਾਰ ਪ੍ਰੋਫੈਸਰ ਜਗਦੀਸ਼ ਸਿੰਘ ਜੀ ਦੇ ਰਹੇ ਹਨ, ਇਹ ਪੰਜਾਬੀ ਸਾਹਿਤ ਦੇ ਵਿੱਚ ਜਿਹੜਾ ਕਾਵਿ ਜਗਤ ਹੈ ਉਸ ਦੇ ਬਾਰੇ ਇਹ ਲੈਕਚਰ ਹੈ ਕਿ ਪੰਜਾਬੀ ਦੇ ਜਿਹੜਾ ਕਾਵਿ ਜਗਤ ਹੈ ਉਹ ਕਿੱਥੋਂ ਪ੍ਰੇਰਨਾ ਲੈ ਕੇ ਕਿਹੜੀਆਂ ਦਿਸ਼ਾਵਾਂ ਵੱਲ ਜਾ ਰਿਹਾ ਹੈ। ਅੱਗੇ ਫਿਰ ਸ਼ੁਰੂ ਹੈ ਜੀ। ਇਹ ਅਨੁਭਵ ਸਮਾਜਿਕ, ਬੌਧਿਕ ਅਤੇ ਹਰ ਪ੍ਰਕਾਰ ਦੀ ਸਥੂਲਤਾ ਦੀ ਜਕੜ ਤੋਂ ਮੁਕਤ ਕਰਾ ਸੂਖਮਤਾ ਵਿੱਚ ਪ੍ਰਵੇਸ਼ ਕਰ ਅਪਹੁੰਚ ਵਿਸ਼ਵ ਦੀ ਤਲਾਸ਼ ਕਰਾਉਂਦਾ ਹੈ। ਇਹ ਅਨੁਭਵ ਸਮਾਜਿਕ, ਬੌਧਿਕ ਅਤੇ ਹਰ ਪ੍ਰਕਾਰ ਦੀ ਸਥੂਲਤਾ ਦੀ ਜਕੜ ਤੋਂ ਮੁਕਤ ਕਰਾ ਸੂਖਮਤਾ ਵਿੱਚ ਪ੍ਰਵੇਸ਼ ਕਰ ਅਪਹੁੰਚ ਵਿਸ਼ਵ ਦੀ ਤਲਾਸ਼ ਕਰਾਉਂਦਾ ਹੈ। ਅਰਥਾਤ ਸੂਖਮ ਅਪਹੁੰਚਤਾ ਨੂੰ ਪ੍ਰਤੀਕਾਤਮਕ ਪਸਾਰ ਰਾਹੀਂ ਪਕੜਨ ਦੀ ਕੋਸ਼ਿਸ਼ ਕਰਦਿਆਂ ਪ੍ਰਤੀਕਾਤਮਕ ਪਸਾਰ ਰਾਹੀਂ ਪਕੜਨ ਦੀ ਕੋਸ਼ਿਸ਼ ਕਰਦਿਆਂ ਸੂਖਮ ਰੰਗੀਨ ਪੇਸ਼ਕਾਰੀ, ਸ਼ਬਦ ਸੁੰਦਰਤਾ, ਦ੍ਰਿਸ਼ ਲੱਜਤ, ਮਟਕਦੇ ਨਾਜ ਨਖਰੇ, ਸ਼ੋਖ ਅਦਾਵਾਂ, ਰਸੀਲੇ ਚੋਲ ਅਤੇ ਭਾਵ ਜਗਤ ਦੀਆਂ ਨਟਖਟੀ ਲੁਕਣ ਮੀਟੀਆਂ ਦਾ ਕਾਇਲ ਇਹ ਅਨੁਭਵ ਹਰ ਪ੍ਰਕਾਰ ਦੀ ਖੜੋਤ ਨੂੰ ਤੋੜ ਦਿੰਦਾ ਹੈ। ਇਹ ਅਨੁਭਵ ਵੰਨ ਸਵੰਨੇ ਇਸ਼ਾਰੇ, ਦੂਰੀਆਂ ਦੇ ਸਾਂਝੇ ਗੁਣ ਰੂਪ ਜਗਾ ਕਰਾਮਾਤੀ ਊਰਜਾ ਪੈਦਾ ਕਰ ਲੈਂਦਾ। ਅਨੰਤ ਦੂਰੀਆਂ ਮੇਟਦੀ ਕਰਾਮਾਤੀ ਕਲਪਨਾ ਦੇ ਅਚੰਭੇ, ਦ੍ਰਿਸ਼ ਤਰਲਤਾ, ਅਪਸਰਾਵਾਂ ਦੇ ਖੰਭਾਂ ਦੀ ਅਦਭੁਤ ਬਿਜਲਈ ਲਿਸ਼ਕ ਵਾਲੀ ਤੇਜ਼ੀ, ਖੜੋਤ ਨੂੰ ਤੋੜ ਅਚੰਭਾ ਸਿਰਜਦੇ ਵਿਸਮਾਦੀ ਉਛਾਲਾਂ ਦਾ ਜਾਦੂਈ ਕ੍ਰਿਸ਼ਮਾ, ਸਗਲੇ ਬ੍ਰਹਿਮੰਡੀ ਗਿਆਨ ਤੋਂ ਅਣਜਾਣ ਹੋਣ ਦੇ ਬਾਵਜੂਦ ਆਪਣੀ ਹੋਂਦ ਮਨਮਾਉਂਦੇ ਹਨ। ਅਕਲੀ ਖੜੋਤ ਨੂੰ ਤੋੜ ਮਨੁੱਖ ਇੱਕ ਖਾਸ ਧਰਾਤਲ ਦੀ ਆਜ਼ਾਦੀ ਦਾ ਹੁਲਾਰ ਮਾਣਦਾ ਕੁਝ ਹਿੱਸਿਆਂ ਵਿੱਚ ਆਪਣੀ ਨਿੱਕੀ ਹੋਂਦ ਤੋਂ ਮੁਕਤੀ ਵੀ ਪਾਉਂਦਾ ਹੈ। ਇਸ ਪ੍ਰਕਾਰ ਰਸ ਰੰਗ ਵਾਲੀ ਕਲਪਨਾ ਦਾ ਇਹ ਅਨੁਭਵ ਤਰਲ ਤਰੰਗ ਤੇ ਕੋਮਲ ਸੰਗੀਤਕ ਤਰਬਾਂ ਪੈਦਾ ਕਰ ਜੀਵਨ ਦੀ ਥਕਾਨ ਤੋਂ ਮੁਕਤ ਕਰ ਸੂਖਮ ਮਨ 'ਚੋਂ ਜੀਵਨ ਕਣੀ ਦੀ ਨਵੀਂ ਤਰੰਗ ਪੈਦਾ ਕਰਦਾ ਹੈ। ਇਸ ਅਨੁਭਵ ਤਹਿਤ ਚੇਤਨਾ ਸਗਲੇ ਬ੍ਰਹਿਮੰਡੀ ਵਰਤਾਰੇ 'ਚੋਂ ਨਿਕਲ ਇੱਕ ਛੋਟੇ ਜੁੱਜ ਦੇ ਵਿਅਕਤੀਗਤ ਸਫ਼ਰ 'ਚ ਆ ਜਾਂਦੀ ਹੈ। ਇਸ ਅਨੁਭਵ ਤਹਿਤ ਚੇਤਨਾ ਸਗਲੇ ਬ੍ਰਹਿਮੰਡੀ ਵਰਤਾਰੇ 'ਚੋਂ ਨਿਕਲ ਇੱਕ ਛੋਟੇ ਜੁੱਜ ਦੇ ਵਿਅਕਤੀਗਤ ਸਫ਼ਰ 'ਚ ਆ ਜਾਂਦੀ ਹੈ। ਆਪੇ ਦਾ ਇਹ ਰੂਪ ਅੰਕੜਾਮਈ ਵਿਅਕਤੀਗਤ ਅਨੁਭਵ ਹੈ। ਨਾ ਕਿ ਆਪੇ ਦੇ ਬ੍ਰਹਿਮੰਡ ਰੂਪੀ ਫੈਲਾਅ ਦਾ ਦੈਵੀ ਵਿਅਕਤੀਗਤ ਕੇਂਦਰ। ਇਹ ਸਫ਼ਰ ਕਾਮਨਾ ਦੇ ਸੰਸਾਰ ਤੋਂ ਦਿਸ਼ਾ ਨਿਰਦੇਸ਼ ਪ੍ਰਾਪਤ ਕਰਦਾ ਹੈ। ਕਿਸੇ ਖੜੋਤ ਨੂੰ ਤੋੜਨ ਲਈ ਇਹ ਕਾਰਗਰ ਤੇ ਹਾਂਮੁਖੀ ਹੁੰਦਾ ਹੈ, ਪਰ ਆਪਣੀ ਸਿਖਰ 'ਤੇ ਪਹੁੰਚ ਇਹ ਇੱਕ ਖਲਾਅ 'ਚ ਢਲ ਜਾਂਦਾ ਹੈ। ਅਤੇ ਸਮਾਜਿਕ ਪ੍ਰਭਾਵ ਵਾਲੀ ਚੇਤਨਾ ਨੂੰ ਆਪਣੀ ਊਰਜਾ ਦਿੰਦਿਆਂ ਨਸਲੀ ਵਰਤਾਰੇ ਦੇ ਹੱਕ 'ਚ ਭੁਗਤਣ ਲੱਗਦਾ ਹੈ। ਇਸ ਦੀ ਦੂਜੀ ਹਾਲਤ ਇਹ ਹੋ ਜਾਂਦੀ ਹੈ ਕਿ ਇਹ ਰਹੱਸਵਾਦੀ ਦਿਸ਼ਾ ਵਿੱਚ ਦਾਖਲ ਹੋ ਦੈਵੀ ਰਮਜ ਦੇ ਰੌਸ਼ਨ ਰਾਹਾਂ ਦੇ ਚਾਨਣ ਵਿੱਚ
ਇਸਤਰੀ ਹੁਸਨ ਦਾ ਚਾਨਣ ਰਲਾ ਬਹਿੰਦੀ ਹੈ। ਇਸ ਪ੍ਰਕਾਰ ਇਹ ਇੱਕ ਤੀਖਣ ਵਿਸਮਾਦੀ ਹੁਲਾਰ ਦਾ ਹੁਸੀਨ ਜਲਵਾ ਪ੍ਰਗਟ ਕਰਨ ਲੱਗਦੀ ਹੈ। ਇਹ ਦਿਸ਼ਾ ਰਹੱਸਵਾਦੀ ਕਵਿਤਾ ਦੇ ਪ੍ਰਤੀਕ ਸੰਸਾਰ ਲਈ ਲੋਕ ਮਾਨਸਿਕਤਾ ਵਿੱਚ ਨਿੱਘ ਬਾਲਦੀ ਹੈ। ਸੋ ਅੱਗੇ ਫਿਰ ਅਗਲੇ ਵਿਚਾਰ ਸ਼ੁਰੂ ਹੁੰਦੇ ਹਨ। ਸੋ ਅੱਥਰੂ ਦੀ ਦਿਵਤਾ ਦਾ ਪਾਕ ਰੂਪ ਰੋਮਾਂਟਿਕ ਕਲਪਨਾ ਦੀ ਕਮਾਈ ਹੈ। ਦੂਜੇ ਵਿਚਾਰ ਸ਼ੁਰੂ ਹੁੰਦੇ ਹਨ। ਸੋ ਅੱਥਰੂ ਦੀ ਦਿਵਤਾ ਦਾ ਪਾਕ ਰੂਪ ਰੋਮਾਂਟਿਕ ਕਲਪਨਾ ਦੀ ਕਮਾਈ ਹੈ। ਅੱਥਰੂ ਮਨੁੱਖੀ ਚਾਹਤ ਅਤੇ ਮਨੁੱਖੀ ਸਮਰੱਥਾ ਨੂੰ ਕਾਇਨਾਤ ਦੇ ਕਿਸੇ ਤਾਲ ਵਿੱਚ ਤਰਲ ਕਰਦਿਆਂ ਪ੍ਰਾਰਥਨਾ ਵਿੱਚ ਤਬਦੀਲ ਕਰ ਦਿੰਦਾ ਹੈ। ਈਰਾਨ ਅਤੇ ਭਾਰਤ ਵਿੱਚ ਇਹ ਕੀਮਤੀ ਖਜ਼ਾਨਾ ਖੂਬ ਕਮਾਇਆ ਗਿਆ ਹੈ। ਅੱਥਰੂ ਸੋਹਜ ਅਤੇ ਭਾਵ ਦੀ ਦੁਨੀਆ ਦਾ ਸਿਰਤਾਜ ਹੈ ਅਤੇ ਇਹ ਭਾਵਾਂ ਦੀ ਦਿਸ਼ਾ ਨੂੰ ਮਨੁੱਖੀ ਮਨ ਦੀ ਛੋਟੀ ਗਤੀ ਦੇ ਹਵਾਲੇ ਹੋ ਦੁੱਖ ਦੀ ਅਰਾਜਕਤਾ 'ਚ ਨਹੀਂ ਢਲਣ ਦਿੰਦਾ। ਵਿਸ਼ਵ ਵਿੱਚ ਈਰਾਨ ਅਤੇ ਪੋਠੋਹਾਰ ਨੇ ਜਜ਼ਬੇ ਦੀ ਬਲਵਾਨ ਸ਼ੁੱਧਤਾ ਨੂੰ ਅੱਥਰੂ ਦੇ ਦੈਵੀ ਦਰਬਾਰ ਤੱਕ ਪਹੁੰਚਾਇਆ ਹੈ। ਪੋਠੋਹਾਰ ਰਾਵਲਪਿੰਡੀ ਰਾਵਲ ਜੋਗੀਆਂ ਦਾ ਵਸਾਇਆ ਹੈ। ਇਸ ਵਿੱਚ ਤਕਸ਼ਲਾ ਦਾ ਬੋਧੀ ਪ੍ਰਭਾਵ, ਕਸ਼ਮੀਰ ਅਤੇ ਤਿੱਬਤ ਦਾ ਤੰਤਰ ਅਤੇ ਈਰਾਨ ਦੀ ਕੋਮਲਤਾ ਦੈਵੀ ਹੋਂਦ ਦੀ ਕੋਮਲ ਅਨੁਭੂਤੀ 'ਚੋਂ ਪ੍ਰਗਟ ਹੋ ਹੁਸੀਨ ਸੱਭਿਆਚਾਰ ਨੂੰ ਜਨਮ ਦਿੰਦੀ ਹੈ। ਤੰਤਰ ਦਾ ਕਾਮਨਾ ਅਤੇ ਬਲ ਸੰਸਾਰ, ਬੁੱਧ ਧਰਮ ਦਾ ਪਦਾਰਥ ਦੀ ਮੈਲ ਨੂੰ ਸ਼ੁੱਧ ਕਰਦਾ ਸ਼ੂਨਯ ਅਨੁਭਵ, ਪੋਠੋਹਾਰ ਦੇ ਇੰਦਰਿਆਵੀ ਅਨੁਭਵ ਦੀ ਸ਼ੁੱਧਤਾ ਦੀ ਭਾਲ 'ਚੋਂ ਜਾਗੇ ਅੱਥਰੂ ਨਾਲ ਜ਼ਿੰਦਗੀ ਦੀ ਮਧੁਰਤਾ ਅਖਤਿਆਰ ਕਰਦੇ ਹਨ। ਇਸੇ ਅੱਥਰੂ ਦੀ ਪਾਵਨਤਾ ਦੇ ਜ਼ੋਰ ਜਦੋਂ ਗ੍ਰਸਤ ਨੇਮ ਵਿੱਚ ਪਲਟ ਮਰਿਆਦਾ ਵਿੱਚ ਢਲਦੇ ਹਨ ਤਾਂ ਜ਼ਿੰਦਗੀ ਵਿੱਚ ਬੁਨਿਆਦੀ ਤਬਦੀਲੀ ਵਾਪਰਦੀ ਹੈ। ਰੋਮਾਂਟਿਕ ਕਲਪਨਾ ਅਧੂਰੇਪਨ ਦੀ ਵੰਨ-ਸੁਵੰਨਤਾ ਅਤੇ ਬੇਮੰਜ਼ਿਲ ਰੰਗੀਨੀ ਰਾਹੀਂ ਮਨੁੱਖੀ ਅਨੁਭਵ ਨੂੰ ਲਗਾਤਾਰ ਫੈਲਾ ਦਿੰਦੀ ਆਖਰ ਅੱਥਰੂ ਤੱਕ ਅੱਪੜਦੀ ਹੈ। ਇਹ ਅੱਥਰੂ ਦਰਦ ਦੀ ਪਾਵਨਤਾ ਨੂੰ ਬਖਸ਼ਿਸ਼ ਦੀ ਹਜ਼ੂਰੀ 'ਚ ਲਿਆਉਣ ਯੋਗ ਬਣਾਉਂਦਾ ਹੈ। ਜਿਸਨੇ ਵੀ ਪਿਆਰ ਕਮਾਇਆ ਹੈ ਉਸਨੇ ਇਸ ਖਜ਼ਾਨੇ ਦਾ ਭੇਤ ਪਾਇਆ ਹੈ। ਪਿਆਰੇ ਦੇ ਦੀਦਾਰ ਲਈ ਹੱਥਾਂ ਵਿੱਚ ਕੀਮਤੀ ਨਗੀਨੇ ਨਹੀਂ ਦੇਖੇ ਜਾਂਦੇ। ਉੱਥੇ ਤਾਂ ਅੱਖੀਆਂ ਵਿੱਚ ਇਹਨਾਂ ਅਰਸ਼ੀ ਮੋਤੀਆਂ ਦੀ ਆਬਸ਼ਾਰ ਦਾ ਹੀ ਮੁੱਲ ਹੈ। ਜਿਸ ਜੌਬਨ ਨੇ ਇਸ ਦੌਲਤ ਨੂੰ ਨਹੀਂ ਪਾਇਆ ਉਹ ਅਜਾਈਂ ਹੀ ਗਿਆ ਸਮਝੋ। ਹੰਝੂ ਦੇਹ ਦੀ ਆਖਰੀ ਸੀਮਾ ਤੱਕ ਫੈਲੀ ਕੋਮਲਤਾ 'ਚੋਂ ਝਰਦਾ ਹੈ। ਹੰਝੂ ਦੇਹ ਦੀ ਆਖਰੀ ਸੀਮਾ ਤੱਕ ਫੈਲੀ ਕੋਮਲਤਾ 'ਚੋਂ ਝਰਦਾ ਹੈ। ਇਸ ਦੀ ਲਚਕ ਮਨੁੱਖੀ ਚੇਤਨਾ ਦੀ ਹਰੇਕ ਸਥੂਲ ਜਕੜ ਵਿੱਚ ਵਿਰਲ ਪੈਦਾ ਕਰ ਆਜ਼ਾਦੀ ਦੀ ਜਾਮਨ ਬਣ ਕੇ ਰਹਿਨਮਾਈ ਕਰਦੀ ਹੈ। ਅੱਥਰੂ ਸੂਰਿਆਂ ਦੀ ਧਰਤ ਨਿਵਾਜ ਦੀ ਤੱਕਣੀ ਦਾ ਗਹਿਣਾ ਹੈ। ਹਉਮੈ ਦੀ ਚਾਂਗ 'ਚ ਸੂਰਮੁਕਤੀ ਦਾ ਨਾਟਕੀ ਰੂਪ ਅਸਲ ਵਿੱਚ ਡੂੰਘੇ ਥਾਂ 'ਚ ਹਰ ਛਿਨ ਕਿਸੇ ਭੈ ਵਿੱਚ ਗ੍ਰਸਿਆ ਹੁੰਦਾ ਹੈ। ਉਹ
ਇਸ ਭੈ ਤੋਂ ਮੁਕਤੀ ਲਈ ਬਹੁਤ ਸਤਹੀ ਇੰਦਰਿਆਈ ਤੇ ਮਾਨਸਿਕ ਅਨੁਭਵ ਦੀ ਜਕੜ ਨੂੰ ਸਖਤ ਕਰ ਪਾਸ਼ਵਿਕ ਅਣਘੜਤਾ ਦਾ ਗੁਲਾਮ ਰਹਿੰਦਾ ਹੈ। ਰੋਮਾਂਟਿਕ ਕਲਪਨਾ ਦੀ ਕੋਮਲਤਾ ਪਿਆਰ ਦੀ ਸੂਖਮਤਾ ਤੋਂ ਅਥਰੂ ਕਮਾਉਣ ਦੇ ਕਰਮ ਨਾਲ ਇਸ ਪਾਸ਼ਵਿਕ ਜਕੜ ਤੋਂ ਮਨੁੱਖ ਨੂੰ ਮੁਕਤ ਕਰਾਉਂਦੀ ਹੈ। ਅਥਰੂ ਦੀ ਤਰਲਤਾ ਸੂਰਮਿਆਂ ਦੇ ਸ਼ਸਤਰਾਂ ਨੂੰ ਲਚਕੀਲੀ ਤਰਬ ਦੇ ਦੈਵੀ ਨਾਚ ਲੈ ਜਾਂਦੀ ਹੈ। ਅਥਰੂ ਦੀ ਤਰਲਤਾ ਸੂਰਮਿਆਂ ਦੇ ਸ਼ਸਤਰਾਂ ਨੂੰ ਲਚਕੀਲੀ ਤਰਬ ਦੇ ਦੈਵੀ ਨਾਚ ਵਿੱਚ ਲੈ ਜਾਂਦੀ ਹੈ। ਇਹ ਮਨੁੱਖ ਦੀ ਆਪਣੀ ਸੀਮਾ ਦਾ ਆਪਣੀ ਅਨੰਤਤਾ ਨਾਲ ਅਤੇ ਧਰਤੀ ਦੀ ਪਾਸ਼ਵਿਕ ਨਸਲੀ ਅਣਘੜਤਾ ਨਾਲ ਜੰਗ ਦੇ ਸ਼ੁਰੂ ਹੋਣ ਦਾ ਪਹਿਲਾ ਤੰਦਰੁਸਤ ਸਵੱਛ ਇਸ਼ਾਰਾ ਹੈ। ਇਹ ਅਨੁਭਵ ਆਪਣੇ ਸਿਖਰੀ ਪਲਾਂ ਵਿੱਚ ਸਮਾਜਿਕ ਦੁੱਖ ਸੁੱਖ ਦੀ ਬਾਤ ਸਾਹਵੇਂ ਆਪਣੇ ਆਪ ਨੂੰ ਬੇਮੰਜ਼ਿਲ ਤੇ ਬੇਮਕਸਦ ਇਸ਼ਰਤ ਸਮਝਦਾ ਹੋਇਆ ਆਪਣੀ ਖਿਲਾਫਤ ਆਪ ਹੀ ਪੈਦਾ ਕਰਨ ਲੱਗਦਾ ਹੈ। ਇਹ ਆਪਣੇ ਅਨੁਭਵ ਉੱਪਰ ਸਮਾਜੀ ਚੇਤਨਾ ਨੂੰ ਪ੍ਰਧਾਨਤਾ ਦੇ ਲੈਂਦਾ ਹੈ। ਪ੍ਰੋਫੈਸਰ ਮੋਹਨ ਸਿੰਘ ਦੇ ਕਾਵ ਅਨੁਭਵ ਵਿੱਚ ਇਹ ਪਲ ਕਾਫੀ ਸ਼ੁੱਧਤਾ ਨਾਲ ਉਦੇ ਹੋਇਆ ਹੈ। ਸੋ ਰੋਮਾਂਟਿਕ ਕਲਪਨਾ ਦਾ ਰਸ ਰੂਪ ਮੰਡਲ ਆਪਣੇ ਅਨੁਭਵ ਦੀਆਂ ਉਪਰੋਕਤ ਪਰਤਾਂ ਪੈਦਾ ਕਰਦਾ ਮਨੁੱਖੀ ਚੇਤਨਾ ਵਿੱਚ ਆਪਣਾ ਰੋਲ ਨਿਭਾਉਂਦਾ ਹੈ। ਇਹ ਅਨੁਭਵ ਮਨੁੱਖੀ ਚੇਤਨਾ ਦਾ ਅਹਿਮ ਅੰਗ ਹੈ। ਇਸ ਦੇ ਸੁਭਾਅ ਦੇ ਸਭ ਪਾਸਿਆਂ ਨੂੰ ਜਾਣ ਕੇ ਹੀ ਕਵਿਤਾ ਵਿੱਚ ਇਸ ਦੀ ਦੇਣ ਨੂੰ ਪਹਿਚਾਣਿਆ ਜਾ ਸਕਦਾ ਹੈ। ਰੋਮਾਂਟਿਕ ਕਲਪਨਾ ਕੋਈ ਆਖਰੀ ਮੰਜ਼ਿਲ ਨਹੀਂ ਸਿਰਜਦੀ, ਪਰ ਇਹ ਨਵੇਂ ਅਸਮਾਨਾਂ ਦੀ ਤਲਾਸ਼ ਲਗਾਤਾਰ ਕਰਦੀ ਹੈ। ਇਹ ਕਿਸੇ ਖੜੋਤ ਦੇ ਪਿਛੋਕੜ ਵਿੱਚ ਹੀ ਠੋਸ ਅਰਥ ਗ੍ਰਹਿਣ ਕਰਦੀ ਹੈ। ਰੋਮਾਂਟਿਕ ਕਲਪਨਾ ਜਦੋਂ ਰਹੱਸਮਈ ਅਨੁਭਵ ਨਾਲ ਰਲਗੱਡ ਹੋ ਜਾਂਦੀ ਹੈ ਤਾਂ ਆਪਣੇ ਤਹਿ ਵਿੱਚ ਪਈ ਨਸਲੀ ਦਿਸ਼ਾ ਕਾਰਨ ਆਪਣੀ ਲਿਸ਼ਕ, ਚੰਚਲਤਾ ਤੇ ਤੇਜ਼ੀ ਨਾਲ ਦੈਵੀ ਜਬਤ ਤੇ ਸੇਵਾ ਦੇ ਨੁਕਤੇ ਤੋਂ ਜਾਗੇ ਸਹਿਜ ਦੇ ਜਬਤ ਨੂੰ ਤੋੜਨ ਦੀ ਦਿਸ਼ਾ ਵੱਲ ਤੁਰ ਪੈਂਦੀ ਹੈ। ਦੈਵੀ ਅਨੁਭਵ ਦੇ ਸਮਾਜਿਕ ਤੇ ਇਤਿਹਾਸਕ ਪਸਾਰ ਨੂੰ ਇਕਹਿਰੀ ਭਾਵ ਤੀਖਣਤਾ ਦੇ ਮੁਕਾਬਲੇ ਵਿੱਚ ਲਿਆ ਆਪਣੇ ਸਫ਼ਰ ਨੂੰ ਰਸਦਾਰ, ਬਦੀ ਦੇ ਪਸਾਰ ਨੂੰ ਸਾਂਭਣ ਵਾਲਾ, ਕ੍ਰਾਂਤੀਕਾਰੀ ਤੇ ਹਸੀਨ ਹੋਣ ਦਾ ਭਰਮ ਪਾਲਦੀ ਹੈ। ਰੋਮਾਂਟਿਕ ਕਲਪਨਾ ਉਸ ਚੇਤਨਾ ਵਿੱਚ ਜ਼ਿਆਦਾ ਭਿਅੰਕਰ ਦਿਸ਼ਾ ਗ੍ਰਹਿਣ ਕਰ ਲੈਂਦੀ ਹੈ ਜਿਨ੍ਹਾਂ ਦੇ ਪਿਛੋਕੜ ਵਿੱਚ ਮਿੱਥ, ਚਿੰਤਨ ਅਤੇ ਦੈਵੀ ਅਨੁਭਵ ਦੇ ਪਸਾਰਾਂ ਦੀ ਪਰੰਪਰਾ ਨਾ ਹੋਵੇ। ਜਦੋਂ ਕਲਪਨਾ ਸੂਖਮ, ਰੰਗੀਨ ਲਿਸ਼ਕ ਅਤੇ ਇੰਦਰਿਆਵੀ ਰਸ ਦੇ ਪੜਾਵਾਂ ਦੇ ਹੁਲਾਰੇ ਮਾਨ ਆਪਣਾ ਅੰਦਰ ਮੇਲ ਦੀ ਆਖਰੀ ਘੜੀ ਨੂੰ ਨਸੀਬ ਕਰਨ ਦੀ ਚਾਹਤ ਨਾਲ ਦੇਹ ਨਿਯਮ ਵਿੱਚ ਪਈ ਮੌਤ ਦੇ ਰੂਬਰੂ ਹੁੰਦੀ ਹੈ ਤਾਂ ਯਕੀਨ ਦੀ ਦੌਲਤ ਅਤੇ ਦੈਵੀ ਗਿਆਨ ਦੀ ਪ੍ਰਪੱਕਤਾ ਦੀ ਅਣਹੋਂਦ ਕਾਰਨ ਇੱਕ ਹੌਲ ਵਿੱਚ ਜਾ ਡਿੱਗਦੀ ਹੈ। ਇਸ ਹੌਲ ਤੋਂ ਘਬਰਾ ਆਪਣੀ ਕਲਪਨਾ ਦੀ ਪ੍ਰਾਪਤੀ ਨੂੰ ਸਮਾਜਿਕ ਇਤਿਹਾਸਕ ਚੇਤਨਾ ਦੇ ਪਸਾਰਾਂ ਵਾਲੀ ਨਸਲੀ ਦਿਸ਼ਾ ਦੇ ਹਵਾਲੇ ਕਰ ਦੁੱਖ, ਚੀਸ
ਅਨਿਆਂ ਦੇ ਸੰਘਰਸ਼ ਨੂੰ ਅਸਾਵੀਂ ਦਿਸ਼ਾ ਵੱਲ ਤੀਖਣ ਕਰ ਦਿੰਦੀ ਹੈ। ਰੋਮਾਂਟਿਕ ਕਲਪਨਾ ਹੁਸਨ ਦਾ ਜਿਹੜਾ ਮੁਜੱਸਮ ਤਸੱਵਰ ਕਰਦੀ ਹੈ, ਉਸ ਰੂਪ ਦੇ ਚਾਨਣ ਵਿੱਚ ਉਤਰਦੀ ਹੋਈ ਰੋਮਾਂਟਿਕ ਕਲਪਨਾ ਹੁਸਨ ਦਾ ਜਿਹੜਾ ਮੁਜੱਸਮ ਤਸੱਵਰ ਕਰਦੀ ਹੈ, ਉਸ ਰੂਪ ਦੇ ਚਾਨਣ ਵਿੱਚ ਉਤਰਦੀ ਹੋਈ ਨੂਰਾਨੀ ਦੇਹ ਦੀ ਬੇਪਰਦਗੀ ਪੈਦਾ ਕਰ ਲੈਂਦੀ ਹੈ। ਉਹ ਹੁਸਨ ਦੇ ਚਾਨਣ 'ਚ ਆਪਣੀ ਜੁਸਤਜੂ ਨੂੰ ਕੋਈ ਸਦੀਵੀ ਮੰਜ਼ਿਲ ਹਾਸਲ ਕਰਵਾਉਣ ਹਿੱਤ ਮੇਲ ਦਾ ਆਖਰੀ ਪਲ ਨਸੀਬ ਕਰਨਾ ਚਾਹੁੰਦੀ ਹੈ, ਪਰ ਮੇਲ ਦੀ ਅਮਰਤਾ ਤਾਂ ਦੇਹ ਅਤੇ ਮਨ ਦੀ ਸਗਲੀ ਕੋਮਲਤਾ ਨੂੰ ਮੌਤ ਦੇ ਤੀਬਰ ਫੈਲਾਅ ਤੋਂ ਪਾਰ ਕਰਵਾ ਸਦੀਵੀ ਆਸਨ ਥਾਪ ਕੇ ਹੀ ਪਾਈ ਜਾ ਸਕਦੀ ਹੈ। ਇਸ ਲਈ ਇਹ ਤਲਾਸ਼ ਆਪਣੀ ਉਚਾਈ ਨੂੰ ਇਸ ਘੜੀ ਦੇਹ ਰਸਕਦਾ ਦੇ ਫੈਲਾਅ ਵੱਲ ਰੁਚਿਤ ਕਰ ਤੰਤਰ ਦੀਆਂ ਦਿਸ਼ਾਵਾਂ 'ਚ ਢਲ ਜਾਂਦੀ ਹੈ। ਇਹ ਕਲਪਨਾ ਤਲਾਸ਼ ਦੇ ਛਿਣ ਵਿੱਚ ਤਾਂ ਹੁਸਨ ਦੀ ਪਰੀਆਂ ਹਾਰ ਜੁਸਤਜੂ ਕਰਦੀ, ਉਸਨੂੰ ਦੈਵੀ ਪਕੀਜ਼ਗੀ ਦਿੰਦੀ, ਦੇਵੀ ਦੇ ਰੂਪ ਵਿੱਚ ਤਰਾਸ਼ਦੀ, ਬੁੱਧੀ ਦੇ ਸਭ ਵਿਰਾਟ ਸੰਕਲਪਕ ਢਾਂਚਿਆਂ ਤੋਂ ਮੁਕਤ ਕਰ ਲੈਂਦੀ ਹੈ। ਇਹ ਮਨੁੱਖ ਦੀ ਆਜ਼ਾਦੀ ਦੀ ਜਾਮਨ ਬਣ ਖੜਾਉਂਦੀ ਹੈ। ਦੀ ਵਾਈਟ ਗੋਡੈਸ ਰੋਬਰਟ ਗਰੇਵਜ਼ ਵਿੱਚ ਅਪੋਲੋ ਦੇ ਪਰਾਭੌਤਿਕ ਸੱਚ ਦੇ ਵਰਤਾਰੇ ਤੋਂ ਜ਼ਿੰਦਗੀ ਨੂੰ ਮੁਕਤ ਕਰਦਿਆਂ ਜ਼ਿੰਦਗੀ ਦੇ ਜਸ਼ਨ ਵਿੱਚ ਇਸ ਸ਼ਵੇਤ ਰੰਗ ਦੇਵੀ ਦੀ ਆਮਦ ਨੂੰ ਦਰਸਾਇਆ ਗਿਆ। ਪਰ ਜਦੋਂ ਇਸ ਹੁਸਨ ਦੇ ਦੈਵੀ ਰੂਪ ਨਾਲ ਤਲਾਸ਼ ਇਕਮਿਕਤਾ ਹਾਸਲ ਕਰਨਾ ਚਾਹੁੰਦੀ ਹੈ, ਤਾਂ ਸਾਡੀ ਜਾਚੇ ਦੇਹ ਦੇ ਨਾਲ ਕਾਲ ਨਿਯਮ ਵਾਲੇ ਪਸਾਰ ਕਾਰਨ ਇਸ ਸ਼ਵੇਤ ਦੇਵੀ ਅੰਦਰ ਸਿਆਹ ਬਿੰਦੂ ਡਾਰਕ ਸਪੌਟ ਦਾ ਬ੍ਰਹਿਮੰਡ ਵੀ ਚੇਤਨਾ ਦੇ ਅਨੁਭਵ 'ਚ ਆਉਣਾ ਸ਼ੁਰੂ ਹੋ ਜਾਂਦਾ ਹੈ ਅਤੇ ਇਹ ਫੈਲਦਾ ਹੋਇਆ ਸ਼ਵੇਤਤਾ ਨੂੰ ਬਿੰਦੂ ਬਣਾ ਲੈਂਦਾ ਹੈ ਅਤੇ ਸਿਆਹ ਬਿੰਦੂ ਬ੍ਰਹਿਮੰਡ ਬਣ ਜਾਂਦਾ ਹੈ। ਪੰਜਾਬੀ ਕਾਵਿ ਜਗਤ ਵਿੱਚ ਸੋਨ ਕਾਦਰੀ, ਮਿੱਟੀ ਮਿੱਟੀ, ਅੰਤਰਜੋਤੀ ਇਹ ਰਚਨਾਵਾਂ ਨੇ ਉਸ ਦੀਆਂ। ਪਰਮਜੀਤ ਸੋਹਲ ਦੀ ਪ੍ਰੀਅਤਮਾ, ਸਵਰਨਜੀਤ ਛਵੀ ਦੀ ਕਾਮੇਸ਼ਵਰੀ ਦੇ ਅਨੁਭਵ ਦੀ ਤਰੰਗ ਨੂੰ ਤੰਤਰ ਨੇਮ ਦੀ ਦਿਸ਼ਾ ਵਾਲੇ ਪਸਾਰ 'ਚ ਪੇਸ਼ ਕਰ ਸਕੇ ਹਨ। ਪੰਜਾਬੀ ਕਾਵਿ ਜਗਤ ਵਿੱਚ ਸੋਨ ਕਾਦਰੀ, ਮਿੱਟੀ ਮਿੱਟੀ, ਅੰਤਰਜੋਤੀ, ਪਰਮਜੀਤ ਸੋਹਲ ਪ੍ਰੀਅਤਮਾ ਅਤੇ ਸਵਰਨਜੀਤ ਛਵੀ ਕਾਮੇਸ਼ਵਰੀ ਦੇ ਅਨੁਭਵ ਦੀ ਤਰੰਗ ਨੂੰ ਤੰਤਰ ਨੇਮ ਦੀ ਦਿਸ਼ਾ ਵਾਲੇ ਪਸਾਰ 'ਚ ਪੇਸ਼ ਕਰ ਸਕੇ ਹਨ। ਲੋਕ ਸਾਹਿਤ ਵਿਚਲੇ ਪਿਆਰ ਭਾਵ, ਪਿਆਰ ਗਥਾਵਾਂ ਅਤੇ ਰਹੱਸਵਾਦੀ ਰਮਜ ਤੋਂ ਬਾਹਰ ਕਿੱਸਾ ਪਰੰਪਰਾ ਦਾ ਪ੍ਰੇਮ ਬਲਬਲਾ ਵੀ ਇਸ ਦਿਸ਼ਾ ਦੇ ਚੁੱਪ ਆਧਾਰਾਂ ਪਸਾਰਾਂ ਨੂੰ ਸਮੋਈ ਬੈਠਾ ਹੈ ਅਤੇ ਆਪਣਾ ਰੰਗ ਰਸ ਤੇ ਸੋਝ ਸਵਾਦ ਇਹਨਾਂ ਆਧਾਰਾਂ 'ਚੋਂ ਹੀ ਕਸ਼ੀਦਦਾ ਹੈ। ਪਰ ਲੋਕ ਗੀਤਾਂ ਦਾ ਮਰਿਆਦਾ ਵਾਲਾ ਪਿਆਰ ਭਾਵ ਮੰਡਲ, ਲੋਕ ਗਥਾਵਾਂ ਦੀ ਪ੍ਰੀਤ ਭਾਵਨਾ ਦਾ ਦੈਵੀ ਰੂਪ ਧਾਰਦਾ ਸੂਫੀ ਅੰਸ਼ ਸਾਵਲੇ ਕ੍ਰਿਸ਼ਨ ਦੀ ਦਿਸ਼ਾ ਵੱਲ ਸਫ਼ਰ ਕਰਦਾ ਰਾਧਾ ਦੀ ਪ੍ਰੀਤ ਤੇ ਕੁੰਜ ਵਿਹਾਰ, ਸਾਵੇ ਕਿਨਾਰਿਆਂ ਵਾਲੀ ਨੀਲੀ ਜਮਨਾ ਕੰਢੇ ਸਿਆਹ ਅੰਬਾਂ ਦੇ ਅੰਗੂਰੀ ਭਾਅ ਮਾਰਦੇ ਬੂਰਾਂ, ਨਿੱਕੀ ਨਿੱਕੀ ਅੰਬੀ ਦਾ ਪੈਣਾ ਤੇ ਮਹਿਕੀ ਹਲੋਰੇ ਲੈਂਦੀਆਂ ਕੋਇਲ ਕੂਕਦੀਆਂ ਪੀਂਘਾਂ ਦੀ ਰੰਗ, ਨਾਚ ਤੇ ਸੰਗੀਤ ਦੀ ਪ੍ਰੀਤ ਦੁਨੀਆ ਵਿੱਚ ਜਾ ਸਮਾਉਂਦੇ ਹਨ। ਸੂਫੀ ਅਨੁਭਵ ਸਾਂਵਲ ਦੇ ਅਨੁਭਵ ਵੱਲ ਖਿੱਚਿਆ ਲੋਕ ਗਥਾਵਾਂ ਰਾਂਝਾ, ਪੁੰਨੂੰ, ਮਹੀਵਾਲ ਆਦਿ ਨੂੰ ਵੀ ਸਾਂਵਲ ਪ੍ਰੀਤ ਦੇ ਫੈਲਾਅ ਵਿੱਚ ਸ਼ਾਮਲ ਕਰ
ਆਪਣੀ ਆਖਰੀ ਮੰਜ਼ਿਲ ਲੱਭਦਾ ਹੈ। ਬੁੱਲੇ ਸ਼ਾਹ ਅਤੇ ਖਵਾਜਾ ਗੁਲਾਮ ਫਰੀਦ ਵਿੱਚ ਸ਼ਾਮਲ ਅਨੁਭਵ ਬਹੁਤ ਜ਼ੋਰ ਨਾਲ ਪੇਸ਼ ਹੋਇਆ ਹੈ। ਕਵਿਤਾ ਵਿੱਚ ਇੱਕ ਹੋਰ ਪਸਾਰ ਸਮਾਜਿਕ ਤੌਰ ਵਿੱਚ ਚੱਲ ਰਹੀ ਮਨੁੱਖਤਾ ਦੀ ਦਰਦਨਾਕ ਸਥਿਤੀ ਦੇ ਦੁਆਲੇ ਘੁੰਮਦਾ ਦਿਖਾਈ ਦਿੰਦਾ ਹੈ। ਇਹ ਦਰਦ ਹਾਲਾਤ ਦੀ ਉਲਝਣ ਭਰਪੂਰ ਸਥਿਤੀ, ਆਰਥਿਕ ਮੰਦਹਾਲੀ 'ਚੋਂ ਜਲਾਲਤ ਭਰੀ ਜ਼ਿੰਦਗੀ, ਜਾਤ ਨਸਲ ਦੀ ਨਫ਼ਰਤ 'ਚੋਂ ਉੱਠੀ ਵੇਦਨਾ, ਬੇਵਸੀ, ਗੁਲਾਮੀ ਦੀ ਚੀਸ ਆਦਿ ਸਥਿਤੀਆਂ ਦਾ ਹੌਲਨਾਕ ਵਰਤਾਰਾ ਪੇਸ਼ ਕਰ ਆਜ਼ਾਦੀ ਅਤੇ ਚੰਗੀ ਜ਼ਿੰਦਗੀ ਦੀ ਤਵੱਕੋ ਵਾਲਾ ਭਵਿੱਖ ਸਿਰਜਣ ਦੇ ਆਸ਼ਾਵਾਦੀ ਸੁਪਨੇ ਸਿਰਜਦਾ ਕੇਂਦਰ ਹੈ। ਇਹ ਪਾਸਾਰ ਸਮਾਜਿਕ ਗਰੁੱਪਾਂ, ਸੱਭਿਆਚਾਰਕ ਕੌਮੀਅਤਾਂ ਅਤੇ ਧਾਰਮਿਕ ਆਧਾਰ 'ਤੇ ਕੌਮਾਂ ਦੀਆਂ ਧਿਰਾਂ ਦਾ ਸੰਗਠਨ ਕਰ ਤਬਦੀਲੀ ਲਈ ਸੰਘਰਸ਼ ਦੇ ਆਦਰਸ਼ ਸਿਰਜਦਾ ਹੈ। ਇਹਨਾਂ ਧਿਰਾਂ ਦੀਆਂ ਬਣਤਰਾਂ ਦੇ ਪਿਛੋਕੜ ਵਿੱਚ ਕਬੀਲਾਈ ਆਧਾਰ ਜਾਂ ਪੁਰਾਤਨ ਅਹਿਦਨਾਮਾ ਦੇ ਨਸਲੀ ਆਧਾਰ ਵਾਲੀ ਲਕੀਰੀ ਦਿਸ਼ਾ ਕਿਸੇ ਨਾ ਕਿਸੇ ਤਰ੍ਹਾਂ ਕਾਰਜਸ਼ੀਲ ਰਹਿੰਦੀ ਹੈ। ਕਬੀਲਾਈ ਮਾਨਸਿਕ ਬਣਤਰਾਂ ਤੇ ਭਾਵਨਾਤਮਕ ਆਧਾਰ ਬਹੁਤ ਸੁੰਗੜਿਆ ਸੰਸਾਰ ਸਿਰਜ ਲਾਭ ਹਾਨ ਵਿੱਚ ਉਲਝਿਆ ਜੀਵਨ ਆਦਰਸ਼ ਜਿਉਂਦੀਆਂ ਹਨ। ਪੁਰਾਤਨ ਅਹਿਦਨਾਮਾ ਵਿੱਚ ਨਸਲੀ ਆਧਾਰ ਵੀ ਹਰ ਘੜੀ ਦੇਹ ਤੇ ਮਨ ਦੀ ਨੇੜਤਾ 'ਚ ਰਹਿੰਦੇ ਧਰਤੀ ਦੀ ਲੇਟਵੀਂ ਦਿਸ਼ਾ ਵਿੱਚ ਬਲ ਦਾ ਕੇਂਦਰ, ਰਾਜ ਸਥਾਪਿਤ ਕਰਨ ਵਾਲਾ ਧਾਰਮਿਕ ਨੇਮ ਪੈਦਾ ਕਰਦੇ ਹਨ। ਇਹਨਾਂ ਦੋਹਾਂ ਹਾਲਤਾਂ ਵਿੱਚ ਮਨੋਵਿਗਿਆਨ ਸੱਚ 'ਤੇ ਭਾਰੂ ਰਹਿੰਦਾ ਹੈ। ਗਿਆਨ ਦੇ ਬ੍ਰਹਿਮੰਡੀ ਫੈਲਾਅ ਵਾਲੀ ਸ਼ੁੱਧ ਵਿਸਮਾਦੀ ਚੇਤਨਾ ਦੀ ਸੰਘਣੀ ਪੇਚੀਦਗੀ ਹੰਢਾਉਣ ਮਗਰੋਂ ਜਾਗੀ ਸਾਦਗੀ ਇਸ ਦਾ ਮੁੱਖ ਆਧਾਰ ਨਹੀਂ ਬਣਦੇ। ਨਸਲੀ ਚੇਤਨਾ ਨੇ ਕਾਨੂੰਨ, ਸੰਜਮੀ ਸਾਧਨਾ ਅਤੇ ਦੇਵੀ ਦੇ ਅਨੁਭਵੀ ਪਸਾਰਾਂ ਵਿੱਚ ਉਤਰਨਾ ਹੀ ਹੁੰਦਾ ਹੈ। ਨਸਲੀ ਮਾਨਸਿਕਤਾ ਜਦੋਂ ਪੂਰੀ ਪ੍ਰਚੰਡਤਾ 'ਚ ਨਹੀਂ ਜਾਗਦੀ ਤਾਂ ਉਹ ਕਾਨੂੰਨ ਅਤੇ ਸੰਜਮੀ ਸਾਧਨਾ ਤਹਿਤ ਹੀ ਵਿਚਰਦੀ ਹੈ। ਇਸ ਦਾ ਪ੍ਰਚੰਡ ਗਹਿਰੀ ਰੂਪ ਦੇਹ ਦੀ ਵਿਰਾਟਤਾ ਤੇ ਸ਼ਕਤੀ ਦੇ ਸਿਖਰਲੇ ਸਿਆਹ ਵਰਤਾਰੇ ਨੂੰ ਦੇਵੀ ਰੂਪ 'ਚ ਹੀ ਪ੍ਰਗਟ ਕਰਦਾ ਹੈ। ਕਾਨੂੰਨ ਅਤੇ ਸੰਜਮੀ ਸਾਧਕ ਰੂਪ ਵਿੱਚ ਇਹ ਵਿਅਕਤੀ ਅੰਦਰਲੇ ਪ੍ਰਚੰਡ ਹਿੱਸੇ ਨਹੀਂ ਜਗਾਉਂਦਾ। ਵਿਅਕਤੀ ਦੀ ਦੇਹ ਵਿਰਾਟਤਾ ਤਾਂ ਸਿਆਹ ਵਰਤਾਰੇ ਦੇ ਦੇਵੀ ਸ਼ਕਤੀ ਦਾ ਕਾਰਜਸ਼ੀਲ ਬ੍ਰਹਿਮੰਡੀ ਪਸਾਰ ਰੂਪ ਵਿੱਚ ਹੀ ਪ੍ਰਗਟ ਹੁੰਦੀ। ਵਿਅਕਤੀ ਦੀ ਦੇਹ ਵਿਰਾਟਤਾ ਤਾਂ ਸਿਆਹ ਵਰਤਾਰੇ ਦੇ ਦੇਵੀ ਰੂਪ ਵਿੱਚ ਹੀ ਪ੍ਰਗਟ ਹੁੰਦੀ। ਕਵਿਤਾ ਦੀ ਸਮਾਜਿਕ ਇਤਿਹਾਸਕ ਚੇਤਨਾ ਜਦੋਂ ਸੰਘਰਸ਼ ਜਾਂ ਜੰਗ ਨੂੰ ਸਿਰਜਣਾਤਮਕਤਾ ਦਾ ਆਧਾਰ ਬਣਾਉਂਦੀ ਹੈ। ਕਵਿਤਾ ਦੀ ਸਮਾਜਿਕ ਇਤਿਹਾਸਕ ਚੇਤਨਾ ਜਦੋਂ ਸੰਘਰਸ਼ ਜਾਂ ਜੰਗ ਨੂੰ ਸਿਰਜਣਾਤਮਕਤਾ ਦਾ ਆਧਾਰ ਬਣਾਉਂਦੀ ਹੈ ਤਾਂ ਜੇ ਉਸ ਵਿੱਚ ਸ਼ਕਤੀ ਦਾ ਕਾਰਜਸ਼ੀਲ ਬ੍ਰਹਿਮੰਡੀ ਪਸਾਰ ਨਹੀਂ ਜਾਗਦਾ ਤਾਂ ਦੇਹ ਦੀ ਬ੍ਰਹਿਮੰਡਾਂ ਤੱਕ ਫੈਲੀ ਸੂਖਮ ਅਨੰਤਤਾ ਦਾ ਪੂਰਾ ਅਨੁਭਵ ਪ੍ਰਗਟ ਨਹੀਂ ਹੁੰਦਾ। ਇਸ ਅਨੁਭਵ ਦੀ ਗੈਰ ਹਾਜ਼ਰੀ ਕਾਰਨ ਚੇਤਨਾ ਸਿਰਜਣਾਤਮਕਤਾ ਨੂੰ ਅਨਘੜ ਇੰਦਰਿਆਵੀ ਅਨੁਭਵ ਦੀ ਸਥੂਲਤਾ ਦੇ ਨੇੜੇ ਰੱਖ ਇਸ ਵਿੱਚੋਂ ਅਨੁਭਵ ਕੀਤੀਆਂ ਲੋੜਾਂ, ਡਰਾਂ, ਸੁਪਨਿਆਂ, ਸਿਧਰੀਆਂ ਜਿੱਤਾਂ, ਹਾਰਾਂ ਦੇ ਵੇਰਵਿਆਂ ਦੇ ਅਕਹਿਰੇ ਰਸ ਮੰਡਲ 'ਚ ਆਪਣਾ ਆਧਾਰ ਬਣਾ ਲੈਂਦੀ ਹੈ। ਇਹ ਚੇਤਨਾ ਜੰਗ ਨੂੰ ਕਿਸੇ ਪ੍ਰਾਪਤੀ ਦੇ ਸਾਧਨ ਵਜੋਂ ਤਸਲੀਮ ਕਰਦੀ ਹੈ। ਸਾਹਿਤਕ ਲਿਖਤ ਵਾਂਗ ਜੰਗ ਆਪਣੇ ਆਪ 'ਚ ਆਪਣੀ ਮੰਜ਼ਿਲ ਨਹੀਂ ਬਣਦਾ।
ਯਹੂਦੀ ਜੰਗ ਉੱਪਰ ਪ੍ਰਾਕਿਰਤਕ ਕਰਾਮਤੀ ਸ਼ਕਤੀਆਂ ਦੇ ਆਸਰੇ ਯਹੂਦੀ ਨਸਲ ਨੂੰ ਕਨਾਨ ਦੇਸ਼ ਹਾਸਲ ਕਰਨ ਵੱਲ ਰੁਚਿਤ ਹੈ। ਇਸਲਾਮ ਦਾਰੁਲ ਹਰਬ ਨੂੰ ਦਾਰੁਲ ਇਸਲਾਮ ਵਿੱਚ ਤਬਦੀਲ ਕਰ ਜਹਾਦ ਨੂੰ ਤਬਲੀਗ ਦਾ ਸ਼ਰਫ ਲੈਣ ਹਿਤ ਇਸਤੇਮਾਲ ਕਰਦਾ ਹੈ। ਮਾਰਕਸ ਦਾ ਇਤਿਹਾਸਕ ਪਦਾਰਥਵਾਦ ਯਹੂਦੀ ਆਧਾਰਾਂ 'ਤੇ ਆਸ਼ਰਿਤ ਆਰਥਿਕ ਰਿਸ਼ਤਿਆਂ ਅੰਦਰ ਨਿਹਿਤ ਤਣਾਅ ਨੂੰ ਇਨਕਲਾਬ ਰਾਹੀਂ ਪ੍ਰੋਲੋਤਾਰੀ ਦੀ ਡਿਕਟੇਟਰਸ਼ਿਪ ਵਾਲੇ ਰਾਜਨੀਤਿਕ ਪ੍ਰਬੰਧ ਤੱਕ ਪਹੁੰਚਾਉਣ ਨੂੰ ਆਪਣੀ ਸਫਲਤਾ ਮੰਨਦਾ ਹੈ। ਪਰ ਇਹਨਾਂ ਜੰਗ ਦੇ ਵਰਤਾਰਿਆਂ ਨਾਲ ਮਨੁੱਖ ਅੰਦਰਲੇ ਜੰਗ ਦੇ ਸਾਰੇ ਬਲ ਨੇਮ ਜਾਗ ਕਿਸੇ ਬ੍ਰਹਿਮੰਡੀ ਫਲਾਹ ਦੀ ਸੰਪੂਰਨ ਇਕਸੁਰਤਾ ਦੇ ਨਿਜਤਵ ਦੀ ਮੰਜ਼ਿਲ ਨੂੰ ਹਾਸਲ ਨਹੀਂ ਕਰਦੇ। ਸ਼ਸਤਰ ਦਾ ਹੀ ਪੀਰ ਬਣ ਜੰਗ ਦਾ ਵਿਸਮਾਦ ਪੈਦਾ ਕਰਨਾ ਅਤੇ ਧਰਤੀ ਦੀ ਸਥਿਤੀ 'ਤੇ ਮਿਹਰਬਾਨ ਉਤਰਨਾ ਉਪਰੋਕਤ ਜੰਗ ਨੇਮਾਂ ਵਿੱਚੋਂ ਨਹੀਂ ਉੱਭਰਦਾ। ਜਦੋਂ ਜੰਗ ਸੁਰਤ ਦੇ ਅਨੁਭਵੀ ਪਸਾਰ ਵਿੱਚੋਂ ਉਗਮਦਾ ਹੈ ਤਾਂ ਧਰਤੀ ਦੇ ਬਾਹਰੀ ਰੂਪ ਰੰਗ ਇਸ ਦੇ ਮਹਾਂ ਅਨੁਭਵੀ ਮੰਡਲ ਵਿੱਚ ਖੁਰ ਜਾਂਦੇ ਹਨ। ਜਦੋਂ ਜੰਗ ਸੁਰਤ ਦੇ ਅਨੁਭਵੀ ਪਸਾਰ ਵਿੱਚੋਂ ਉਗਮਦਾ ਹੈ ਤਾਂ ਧਰਤੀ ਦੇ ਬਾਹਰੀ ਰੂਪ ਰੰਗ ਇਸ ਦੇ ਮਹਾਂ ਅਨੁਭਵੀ ਮੰਡਲ ਤੱਕ ਖੁਰ ਜਾਂਦੇ ਹਨ ਅਤੇ ਜੰਗ ਦੇਹ ਦੀ ਸਗਲੀ ਤਰੰਗਤ ਹਸਤੀ ਦੇ ਪਾਰਦਰਸ਼ੀ ਪਰਾਭੌਤਿਕ ਨਿਯਮ ਨਾਲ ਇਕਸੁਰ ਹੋ ਦੇਵੀ ਦੇ ਮਾਂ ਰੂਪ ਦੀ ਦਿਵਤਾ ਤੋਂ ਸ਼ਕਤੀ ਹਾਸਲ ਕਰਦਾ ਹੈ। ਅਤੇ ਜੰਗ ਦੇਹ ਦੀ ਸਗਲੀ ਤਰੰਗਤ ਹਸਤੀ ਦੇ ਪਾਰਦਰਸ਼ੀ ਪਰਾਭੌਤਿਕ ਨਿਯਮ ਨਾਲ ਇਕਸੁਰ ਹੋ ਦੇਵੀ ਦੇ ਮਾਂ ਰੂਪ ਬ੍ਰੈਕਟ ਵਿੱਚ ਸ਼ਕਤੀ ਦਾ ਕਾਰਜਸ਼ੀਲ ਬ੍ਰਹਿਮੰਡੀ ਪਸਾਰ ਬ੍ਰੈਕਟ ਬੰਦ ਦੀ ਦਿਵਤਾ ਤੋਂ ਸ਼ਕਤੀ ਹਾਸਲ ਕਰਦਾ ਹੈ। ਇਹ ਸ਼ਕਤੀ ਨੇਮ ਚੇਤਨਾ ਦੇ ਮਹਾਮੰਡਲਾਂ 'ਚੋਂ ਜਾਗਿਆ ਬਹੁ ਸੰਚਨਾਵੀ ਇਕਸੁਰ ਵਰਤਾਰਾ ਹੈ। ਇਹ ਨੇਮ ਆਪਣੀ ਵਿਰਾਟਤਾ ਦਾ ਬ੍ਰਹਿਮੰਡ ਸਿਰਜਦਾ ਹੋਇਆ ਦੇਹ ਦੇ ਨੇਮ ਦੀ ਪ੍ਰਚੰਡਤਾ ਦੀ ਸੰਪੂਰਨਤਾ ਦਾ ਜੇਤੂ ਪਰਚਮ ਚਲਾਉਂਦਾ ਹੈ। ਨਸਲੀ ਜੰਗੀ ਜੋਸ਼ ਲੋਕਤੰਤਰੀ ਰਾਜ ਪ੍ਰਬੰਧ ਦੇ ਬਲ ਨਿਯਮ ਮਾਰਕਸਵਾਦੀ ਜਾਂ ਹੋਰ ਕੌਮੀ ਇਨਕਲਾਬੀ ਜੋਸ਼ ਇਸ ਪ੍ਰਚੰਡਤਾ ਦੇ ਜਲਾਲ ਸਾਹਵੇਂ ਮੱਧਮ ਜਿਹੀ ਚਮਕ ਹੀ ਰੱਖਦੇ ਹਨ। ਪਰ ਸ਼ਕਤੀ ਦੇ ਇਸ ਪ੍ਰਚੰਡ ਨੇਮ ਦੀ ਦਿਵਤਾ ਦੇਹ ਤੇ ਮਨ ਦੇ ਸਗਲੇ ਬ੍ਰਹਿਮੰਡੀ ਫਲਾਅ ਦੀ ਹਨੇਰੀ ਗਤੀ ਨੂੰ ਆਪਣੇ 'ਚ ਸਾਂਭਦੇ ਹੋਏ ਵੀ ਸ਼ਬਦ ਦਾ ਸਰਬ ਸਾਂਝਾ ਮਨੁੱਖੀ ਬਲ ਦੀ ਪ੍ਰਚੰਡਤਾ ਨੂੰ ਹਉਂ 'ਚੋਂ ਕੱਢ ਮਨੁੱਖੀ ਸੇਵਾ ਵਿੱਚ ਲਾਉਂਦਾ ਨੇਮ ਸਾਜ਼ ਨੇਕੀ ਬਦੀ ਨੂੰ ਦੈਵੀ ਸਮਾਜ ਦਾ ਸਾਂਝਾ ਕੇਂਦਰ ਪ੍ਰਦਾਨ ਨਹੀਂ ਕਰਦੀ। ਸ਼ਿਆ ਵਿਰਾਟਤਾ ਦਾ ਇਹ ਸ਼ਕਤੀ ਪਸਾਰ ਆਪਣੇ ਅਨੁਰੂਪਾਂ ਅਤੇ ਆਪਣੀਆਂ ਅਨੁਭੂਤੀਆਂ ਦੇ ਅਧੂਰੇਪਨ ਬ੍ਰੈਕਟ ਵਿੱਚ ਅਰਬ ਦੀ ਦੇਵੀ ਮੰਨਤ ਸ਼ਿਆ ਵਿਰਾਟਤਾ ਦਾ ਇਹ ਸ਼ਕਤੀ ਪਸਾਰ ਆਪਣੇ ਅਨੁਰੂਪਾਂ ਅਤੇ ਆਪਣੀ ਅਨੁਭੂਤੀਆਂ ਦੇ ਅਧੂਰੇਪਨ ਨੂੰ ਆਪਣੇ 'ਚ ਜਜ਼ਬ ਕਰ ਵੱਖ-ਵੱਖ ਸੱਭਿਆਚਾਰਾਂ ਵਿੱਚ ਪੇਸ਼ ਹੋਏ ਆਪਣੇ ਰੂਪਾਂ ਨੂੰ ਪ੍ਰਚੰਡਤਾ ਪ੍ਰਦਾਨ ਕਰ ਉਹਨਾਂ ਨੂੰ ਆਪਣੀ ਹੀ ਵਿਭਿੰਨਤਾ ਦੇ ਪਸਾਰ ਜਾਣ ਆਪਣੇ ਬਲ ਦੇ ਆਉਣ ਜਾਣ ਦਾ ਰਾਹ ਬਣਾਉਂਦਾ ਹੈ। ਵੱਖ-ਵੱਖ ਕਬੀਲਿਆਂ ਅਤੇ ਵਿਸ਼ਵ ਮਿੱਥਾਂ ਵਿੱਚ ਆਪਣੀ ਅਨੁਭੂਤੀ ਦੇ ਵੱਖ-ਵੱਖ ਪੱਧਰ ਆਜ਼ਾਦ ਸਾਹਿਤਕ ਅਤੇ ਸੂਖਮ ਗਿਆਨ ਦੀ ਰਹੱਸਮਈ ਉਡਾਣਾਂ ਨੂੰ ਆਪਣੀ ਸੰਪੂਰਨਤਾ ਦਾ ਵੱਖ-ਵੱਖ ਧਰਤੀਆਂ
ਅਤੇ ਕਾਲਾਂ ਵਿੱਚ ਉਤਰਿਆ ਤਰਲ ਰੂਪ ਮੰਨਦਾ ਹੈ। ਸਿਆ ਵਿਰਾਟਤਾ ਦਾ ਬ੍ਰਹਿਮੰਡੀ ਕਾਰਜਸ਼ੀਲ ਸ਼ਕਤੀ ਨੇਮ ਕੋਈ ਮਨਫੀ ਵਰਤਾਰਾ ਨਹੀਂ ਹੈ। ਇਹ ਅਨੁਭਵ ਬੁੱਧ ਦੇ ਸੂਖਮ ਨਾਮੁਖੀ ਤਿਆਗੀ ਸੰਜਮ ਮਰਦਾਵਾਂ ਅਤੇ ਤੇਜਸਵੀ ਦਿਵਤਾ ਨੂੰ ਆਪਣੇ ਵਿਰਾਟ ਰੂਪ ਦੀ ਛਾਂ ਹੇਠ ਲੈ ਲੈਂਦਾ ਹੈ। ਇਸੇ ਲਈ ਮਹਾਂਯਾਨ ਦੇ ਬਾਤਨੀ ਅਨੁਭਵ ਵਿੱਚ ਬੁੱਧ ਦੇ ਹੱਥ 'ਚ ਖੰਡਾ ਹੈ ਅਤੇ ਤਿੱਬਤੀ ਅਤੇ ਮੰਗੋਲੀ ਮੰਦਰਾਂ ਵਿੱਚ ਨਗਨ ਤਾਰਾ ਅਤੇ ਡਾਕਨੀਆਂ ਦੇ ਸੋਨੇ ਦੀ ਝਾਲ ਚੜ੍ਹੇ ਰੂਪ ਪੂਜੇ ਜਾਂਦੇ ਹਨ। ਇਹ ਸ਼ਕਤੀ ਅਨੁਭਵ ਕਾਲ, ਧਰਤੀ, ਬ੍ਰਹਿਮੰਡ, ਸਗਲ ਆਕਾਰਾਂ, ਸੂਖਮ ਮਾਨਕ ਸ਼ਕਤੀਆਂ ਦੇ ਬ੍ਰਹਿਮੰਡੀ ਫੈਲਾਅ ਨੂੰ ਆਪਣੇ 9 ਪਸਾਰਾਂ ਰਾਹੀਂ ਪੇਸ਼ ਕਰਦਾ ਹੈ। ਸ਼ਕਤੀ ਦਾ ਇਹ ਪਾਸਾਰ ਪਦਾਰਥ ਅਤੇ ਬ੍ਰਹਿਮੰਡ ਨੂੰ ਸ਼ਕਤੀ ਨੇਮ 'ਚ ਅਨੁਭਵ ਕਰਨ ਦੇ ਸੱਚ ਨੂੰ ਦਰੜਾਉਂਦਾ ਹੈ। ਭਾਰਤੀ ਅਨੁਭਵ ਵਿੱਚ ਇਹ ਅਜਿੱਤ ਸ਼ਕਤੀ ਨੇਮ ਵਿਸ਼ਨੂੰ ਅਵਤਾਰਾਂ ਦੀ ਕਾਲ ਦੋਸ਼ ਧਾਰਨ ਕਰਨ ਦੀ ਰਮਝ ਕਰਕੇ ਅਤੇ ਬ੍ਰਾਹਮਣਵਾਦੀ ਵਰਨ ਵਿਵਸਥਾ ਦੇ ਸਮਾਜਿਕ ਆਦਰਸ਼ ਕਾਰਨ ਕਾਲ ਦੀ ਲਕੀਰੀ ਗਤੀ ਵਿੱਚ ਲਗਾਤਾਰ ਪੇਸ਼ ਹੋਣ ਦੇ ਸਹਿਜ ਆਦਰਸ਼ ਨਹੀਂ ਸਿਰ ਸਕਿਆ। ਬ੍ਰਾਹਮਣਵਾਦੀ ਵਰਨ ਵਿਵਸਥਾ ਮਨੁੱਖੀ ਚੇਤਨਾ ਅੰਦਰ ਪਈ ਵੰਡ ਦੀ ਦਿਸ਼ਾ ਨੂੰ ਦਿਵਤਾ ਦੇ ਮੰਡਲਾਂ ਦੇ ਫੈਲਾਅ ਤੱਕ ਪਹੁੰਚਾ ਕੇ ਪੈਦਾ ਹੋਈ ਹੈ। ਸੋ ਇਸ ਦੇ ਵਿਰਾਟ ਮਹਾਂਪਸਾਰੇ ਵਿੱਚ ਨਸਲੀ ਚੇਤਨਾ ਦੇ ਅਰਾਜਕ ਵਰਤਾਰੇ, ਨਸਲੀ ਚੇਤਨਾ ਤੇ ਸਿਰਜੇ ਪਰਾਭੌਤਿਕ ਨਿਜ਼ਾਮ, ਯਹੂਦੀ ਨਸਲੀ ਚੇਤਨਾ ਦਾ ਧਾਰਮਿਕ ਸਮਾਜਿਕ ਰੂਪ, ਲੰਮੇ ਟਕਰਾਉਂਦੇ ਸਫ਼ਰ ਝਾਗ ਖੁਦ ਬਖੁਦ ਸਮਾ ਜਾਂਦੇ ਹਨ। ਸਮਾਜਿਕ ਦਮਨ ਦੀ ਚੇਤਨਾ 'ਚੋਂ ਇਸ ਵਰਨ ਵਿਵਸਥਾ ਦੇ ਉਲਟ ਜਾਗਿਆ ਸੰਘਰਸ਼ ਵੀ ਉਨ੍ਹਾਂ ਹੀ ਰਾਹਾਂ ਨੂੰ ਪਾਲਣ ਲੱਗ ਪੈਂਦਾ ਹੈ। ਇਹ ਵਿਵਸਥਾ ਵਿੱਚ ਬ੍ਰਾਹਮਣ ਸ਼ਕਤੀ ਦੇ ਕਾਰਜਸ਼ੀਲ ਬ੍ਰਹਿਮੰਡੀ ਰੂਪਾਂ ਨੂੰ ਖੁਦ ਆਪਣੇ ਕਰਮ 'ਚ ਨਹੀਂ ਲਿਆਉਂਦਾ। ਉਸਨੇ ਵਰਨ ਵਿਵਸਥਾ ਦਾ ਨਿਰਮਾਣ ਹੀ ਮਨੁੱਖੀ ਕਰਮ ਦੀ ਅੰਦਰੂਨੀ ਮਨੋਸਥਿਤੀ ਦੇ ਹਰ ਵਿਸਥਾਰ ਨੂੰ ਸਮਝ ਕੇ ਕੀਤਾ ਹੈ। ਉਹ ਤਾਂ ਅਕਰਮ ਦੀ ਹਾਲਤ 'ਚ ਰਹਿ ਵਿਰੋਧੀ ਕਰਮ ਨੂੰ ਬੌਧਿਕ ਤੌਰ 'ਤੇ ਆਪਣੇ ਹੀ ਮਾਡਲ ਵਿੱਚ ਚੱਲਦਾ ਦਿਖਾ ਦਿੰਦਾ ਹੈ। ਉਹ ਤਾਂ ਅਕਰਮ ਦੀ ਹਾਲਤ 'ਚ ਰਹਿ ਵਿਰੋਧੀ ਕਰਮ ਨੂੰ ਬੌਧਿਕ ਤੌਰ 'ਤੇ ਆਪਣੇ ਹੀ ਮਾਡਲ ਵਿੱਚ ਚੱਲਦਾ ਦਿਖਾ ਦਿੰਦਾ ਹੈ। ਆਪਣੇ ਵਿਰੋਧ ਦੀ ਤਤਕਾਲੀ ਸਥਿਤੀ ਨਾਲ ਨਿਪਟਣ ਲਈ ਉਹ ਨਸਲੀ ਬਲ ਚੇਤਨਾ ਬ੍ਰੈਕਟ ਵਿੱਚ ਮਰਾਠਾ ਤੇ ਰਾਜਪੂਤ ਆਪਣੇ ਵਿਰੋਧ ਦੀ ਤਤਕਾਲੀ ਸਥਿਤੀ ਨਾਲ ਨਿਪਟਣ ਲਈ ਉਹ ਨਸਲੀ ਬਲ ਚੇਤਨਾ ਮਰਾਠਾ ਤੇ ਰਾਜਪੂਤ ਜੋ ਉਸ ਦੇ ਧਾਰਮਿਕ ਆਧਾਰਾਂ ਨੂੰ ਪ੍ਰਵਾਨ ਕਰੇ ਦਾ ਆਸਰਾ ਲੈਂਦਾ ਹੈ। ਇਹ ਨਸਲੀ ਬਲ ਰੂਪਾਂ ਦੇ ਅਸਫਲ ਹੋਣ ਦੀ ਹਾਲਤ ਵਿੱਚ ਵੀ ਉਸ ਦੀ ਅਸਫਲਤਾ ਨਹੀਂ, ਕਿਉਂਕਿ ਉਹ ਕਰਮ ਤੋਂ ਬਾਹਰ ਕਰਮ ਦੀ ਹਰ ਮਾਨਸਿਕ ਦਿਸ਼ਾ 'ਤੇ ਜੇਤੂ ਰੂਪ 'ਚ ਬੈਠਾ ਹੈ। ਇਸੇ ਅਕਰਮ ਕਾਰਨ ਤੇ ਨਸਲੀ ਚੇਤਨਾ ਦੇ ਬਲ ਨਿਯਮ ਦੇ ਆਸਰੇ ਕਾਰਨ ਸਿਆ ਵਿਰਾਟਤਾ 'ਚੋਂ ਜਾਗਿਆ ਕਾਰਜਸ਼ੀਲ ਜੇਤੂ ਸ਼ਕਤੀ ਨੇ ਭਾਰਤ ਵਿੱਚ ਕਾਲ ਦੀ ਰੇਖਕੀ ਤੋਰ ਨੂੰ ਲਗਾਤਾਰ ਨਿਵਾਜਣ ਦੇ ਆਦਰਸ਼ ਨਹੀਂ ਸਿਰ ਸਕਿਆ। ਸ਼ਕਤੀ ਦਾ ਇਹ ਵਿਰਾਟ ਨਿਯਮ ਹਰ ਕਿਸਮ ਦੇ ਦਮਨ ਦੇ ਢਾਂਚਿਆਂ ਦੀ ਗੁਲਾਮ ਮਾਨਸਿਕਤਾ ਨੂੰ ਆਪਣੀ ਊਰਜਾ ਨਾਲ ਪ੍ਰਜਵਲਿਤ ਕਰ ਦਿੰਦਾ ਹੈ ਅਤੇ ਉਸ ਦੇ ਸਰੀਰਕ ਰਸਾਇਣਾਂ ਨੂੰ ਆਦਿ ਜੁਗਾਦੀ ਨਿਰਮਲਤਾ ਪ੍ਰਦਾਨ ਕਰਦਾ ਹੈ।
ਇਹ ਊਰਜਾ ਉਸ ਨੂੰ ਹਕੂਮਤੀ ਸਮਾਜਿਕ ਸੱਭਿਆਚਾਰਕ ਦਮਨ ਤੋਂ ਮੁਕਤੀ ਦਿਵਾ ਉਸ ਅੰਦਰ ਵਿਚਾਰ ਦੇ ਨਵੇਂ ਵਹਿਣ ਤੋਰਦੀ ਹੈ। ਇਸ ਸ਼ਕਤੀ ਦੀ ਸੰਪੂਰਨ ਪ੍ਰਚੰਡਤਾ ਪਰਾਭੌਤਿਕਤਾ ਦੀ ਪ੍ਰਧਾਨਤਾ 'ਚੋਂ ਸਾਜੇ ਹਰ ਕੇਂਦਰ ਦੀ ਪ੍ਰਧਾਨਗੀ ਨੂੰ ਅਪਰਵਾਨ ਕਰ ਦੇਹ ਦੀ ਅਨੰਤ ਸ਼ਕਤੀ ਦਾ ਪ੍ਰਗਾਸ ਕਰਦੀ ਹੈ। ਇਸ ਵਿਰਾਟ ਸ਼ਕਤੀ ਦੇ ਸਗਲੇ ਰੂਪਾਂ ਵਿੱਚ ਪਾਰਦਰਸ਼ੀ ਮਰਿਆਦਾ ਦਾ ਦੈਵੀ ਸੰਤੁਲਨ ਜਾਗਣਾ ਜ਼ਰੂਰੀ ਹੈ, ਜਿਸ ਵਿੱਚੋਂ ਜੰਗ ਦਾ ਕੋਈ ਅਜਿਹਾ ਨਿਯਮ ਨਿਕਲ ਸਕੇ ਜੋ ਸ਼ਬਦ ਦੀ ਬ੍ਰਹਿਮੰਡੀ ਇਕਸੁਰਤਾ ਪ੍ਰਗਟ ਕਰਦਾ ਹੋਇਆ ਮਨੁੱਖ ਦੀ ਇਤਿਹਾਸਕ ਸਮਾਜਿਕ ਤੌਰ ਨੂੰ ਉਸ ਦੀ ਆਖਰੀ ਬ੍ਰਹਿਮੰਡੀ ਸੱਚ ਦੀ ਗਗਨਮੁਖੀ ਯਾਤਰਾ ਦਾ ਸੰਤੁਲਿਤ ਹਿੱਸਾ ਬਣਾ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਕੀ ਵਿਚਾਰ ਦੂਜੇ ਪਾਰਟ ਵਿੱਚ ਦੇਵਾਂਗੇ, ਕਿਉਂਕਿ ਕਾਫੀ ਲੰਬਾ ਚੌੜਾ ਹੈ, ਹੋ ਸਕਦਾ ਹੈ 2-3 ਪਾਰਟ ਬਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।